ਅੱਜ ਅਸੀਂ ਡਿਸਕਸ਼ਨ ਕਰਾਂਗੇ ਅਪੀਲ ਫਰੋਮ ਆਰਡਰਸ। ਜਦੋਂ ਅਸੀਂ ਸਿਵਲ ਪ੍ਰੋਸੀਜਰ ਕੋਡ 1908 ਦੀ ਸ਼ੁਰੂਆਤ ਹੀ ਕੀਤੀ ਸੀ ਤੇ ਸ਼ੁਰੂਆਤ ਦੇ ਵਿੱਚ ਅਸੀਂ ਡੈਫੀਨੇਸ਼ਨਸ ਪੜ੍ਹੀਆਂ ਸੀ। ਡੈਫੀਨੇਸ਼ਨ ਦੇ ਵਿੱਚ ਅਸੀਂ ਡਿਕਰੀ ਤੇ ਆਰਡਰ ਦੀ ਡੈਫੀਨੇਸ਼ਨ ਵੀ ਪੜ੍ਹੀ। What is the basic difference between decree and order from the point of view of appeal? अगर अपील के पॉइंट ऑफ व्यू दे नाल डिक्री ते ऑर्डर्स के दरमियान डिफरेंस की गल करिए तो हर डिक्री अपीलेबल आ, हर डिक्री अपीलेबल आ, वेयर एज हर ऑर्डर अपीलेबल नहीं हैगा। सिर्फ ਉਹੀ ਆਰਡਰ अपीलेबल ने ਜਿਨ੍ਹਾਂ ਨੂੰ ਸੈਕਸ਼ਨ ਨੰਬਰ 104 ਦੇ ਵਿੱਚ ਤੇ ਰੈਲੇਵੈਂਟ ਰੂਲਸ ਦੇ ਵਿੱਚ अपीलेबल ਬਣਾਇਆ ਹੋਇਆ ਹੈ, जबकि डिक्री हर अपीलेबल हैगी। दूसरे नंबर के उत्ते हर डिक्री दे विच सैकेंड अपील लाई हो सकती है अगर ਉਹਦੇ ਵਿੱਚ सबसटेंशियल क्वेश्चन ऑफ लॉ इन्वॉल्व हैगा, जबकि ऑर्डर्स के केस ਦੇ ਵਿੱਚ सैकेंड अपील ਦੀ प्रोविजन नहीं हैगी। तो आओ जी ਅਸੀਂ डिस्कशन करते हैं अपील फ्रॉम ऑर्डर्स सैक्शन नंबर 104 ਤੋਂ। Orders from which appeal lies, section number 104 subsection 1 ਦੇ ਵਿੱਚ ਦੱਸਿਆ ਹੈ an appeal shall lie from the following orders। अपील ये जो नीचे लिखे गए orders हैगे ने इन्हां ਦੇ खिलाफ अपील लाई करेगी and save as otherwise expressly provided in the body of this code or by any other law for the time being in force from no other orders। ਤੇ ਇਸ ਤੋਂ ਇਲਾਵਾ ਜੋ ਨੀਚੇ ਲਿਖੇ ਗਏ ਆਰਡਰਸ ਹੈਗੇ ਨੇ ਇਹਨਾਂ ਦੇ ਖਿਲਾਫ ਹੀ ਅਪੀਲ ਲਾਈ ਕਰੇਗੀ, ਇਸ ਤੋਂ ਇਲਾਵਾ ਕਿਸੇ ਹੋਰ ਆਰਡਰ ਦੇ ਵਿੱਚ ਅਪੀਲ ਲਾਈ ਨਹੀਂ ਕਰੇਗੀ। ਪਰ ਅਗਰ ਕੋਡ ਆਫ ਸਿਵਲ ਪ੍ਰੋਸੀਜਰ 1908 ਤੇ ਕਿਸੇ ਪਾਰਟਿਕੂਲਰ ਸੈਕਸ਼ਨ ਦੇ ਵਿੱਚ, ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਕਿਸੇ ਪਾਰਟਿਕੂਲਰ ਰੂਲ ਦੇ ਵਿੱਚ ਕਿਸੇ ਪਾਰਟਿਕੂਲਰ ਆਰਡਰ ਦੇ ਲਈ ਅਪੀਲ ਦਾ ਪ੍ਰਾਵਧਾਨ, ਅਪੀਲ ਦੀ ਪ੍ਰੋਵੀਜ਼ਨ ਹੈਗੀ ਏ ਤੇ ਅਪੀਲ ਲਈ ਹੋ ਸਕਦੀ ਆ ਈਵਨ ਇਹਨਾਂ ਆਰਡਰਾਂ ਤੋਂ ਇਲਾਵਾ ਕਿਸੇ ਹੋਰ ਆਰਡਰ ਦੇ ਵਿੱਚ ਵੀ, ਤੇ ਜਾਂ ਕਿਸੇ ਸਪੈਸ਼ਲ ਲਾਅ ਦੇ ਵਿੱਚ ਜੋ ਕਿ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਲਾਗੂ ਹੋ ਰਿਹਾ ਏ। ਅਗਰ ਉਸ ਆਰਡਰ ਦੇ ਵਿੱਚ ਇਹਨਾਂ ਆਰਡਰਸ ਤੋਂ ਇਲਾਵਾ ਕਿਸੇ ਆਰਡਰ ਦੇ ਖਿਲਾਫ ਅਪੀਲ ਕੀਤੀ ਜਾ ਸਕਦੀ ਏ ਤਾਂ ਅਪੀਲ ਲਈ ਹੋਏਗੀ ਉਹਨਾਂ ਆਰਡਰਸ ਦੇ ਖਿਲਾਫ ਵੀ। तो सैक्शन नंबर 104 कित्थों शुरू होंदा है? सैक्शन नंबर 104 सबसैक्शन 1 तो शुरू होंदा है, जिहदे विच इह गल क्लैरीफाई कीती है एन अपील शैल लाई फ्रॉम द फॉलोइंग ऑर्डर्स and save as otherwise expressly provided in the body of this code or by any other law for the time being in force from no other orders। सब तो पहले नंबर दे उत्ते अगर कोई ऑर्डर सैक्शन नंबर 35A ਦੇ ਵਿੱਚ ਕੀਤਾ ਹੈ तो सैक्शन नंबर 35A ਦੇ ਵਿੱਚ ਤੁਸੀਂ ਨਾਲ ਲਿਖ ਸਕਦੇ ਹੋ ਕਿ 35A ਦੇ ਵਿੱਚ ਕਿਹੜੇ ਆਰਡਰ ਹੁੰਦੇ ਆ। ਕੋਈ ਇਦਾਂ ਦਾ ਆਰਡਰ ਜਿਹਦੇ ਵਿੱਚ ਸਿਵਲ ਸੂਟ ਦੇ ਦੌਰਾਨ ਅਗਰ ਕੋਈ ਫਾਲਸ ਜਾਂ ਵਿਕੇਸ਼ੀਅਸ ਕਲੇਮ ਕਰਦਾ ਏ ਜਾਂ ਕੋਈ ਫਾਲਸ ਜਾਂ ਵਿਕੇਸ਼ੀਅਸ ਡਿਫੈਂਸ ਕਲੇਮ ਕਰਦਾ ਏ ਤੇ ਕੋਰਟ ਨੂੰ ਇਹ ਪਤਾ ਲੱਗ ਜਾਂਦਾ ਏ ਕਿ ਇਹ ਜੋ ਕਲੇਮ ਸੀ ਜਾਂ ਡਿਫੈਂਸ ਹੈਗਾ ਹੀ ਫਾਲਸ ਹੀ ਜਾਂ ਵਿਕੇਸ਼ੀਅਸ ਕਲੇਮ ਹੈਗਾ ਹੀ, ਤੇ ਉਸ ਟਾਈਮ ਦੇ ਉੱਤੇ ਕੰਪਨਸੇਟਰੀ ਕਾਸਟ ਇੰਪੋਜ਼ ਕੀਤੀ ਜਾਂਦੀ ਏ ਉਸ ਪਰਸਨ ਦੇ ਉੱਤੇ ਜਿਸਨੇ ਫਾਲਸ ਔਰ ਵਿਕੇਸ਼ੀਅਸ ਕਲੇਮ ਜਾਂ ਡਿਫੈਂਸ ਲਿੱਤਾ ਸੀ। तो इस कंपनसेटरी कास्ट के खिलाफ सैक्शन नंबर 104 ਦੇ ਵਿੱਚ ਇਹ ਗੱਲ ਲਿਖ ਦਿੱਤੀ ਗਈ ਹੈ ਕਿ ਇਹ ਆਰਡਰ ਅਪੀਲੇਬਲ ਹੈਗਾ ਏ, ਤੁਸੀਂ ਇਸ ਆਰਡਰ ਨੂੰ ਚੈਲੰਜ ਕਰ ਸਕਦੇ ਹੋ ਐਪੀਲੇਟ ਕੋਰਟ ਦੇ ਵਿੱਚ। ਸੋ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਪੀਲ ਲਾਈ ਕਰੇਗੀ ਉਹਨਾਂ ਆਰਡਰਾਂ ਦੇ ਖਿਲਾਫ ਜੋ ਕਿ ਸੈਕਸ਼ਨ ਨੰਬਰ 35A ਦੇ ਵਿੱਚ ਦੱਸੇ ਜਾਂਦੇ ਆ, ਜਿਹਦੇ ਵਿੱਚ ਕੰਪਨਸੇਟਰੀ ਕਾਸਟ ਪਾਈ ਜਾਂਦੀ ਆ ਇਨ ਦ ਰਿਸਪੈਕਟ ਆਫ ਫਾਲਸ ਔਰ ਵਿਕੇਸ਼ੀਅਸ ਕਲੇਮਸ ਔਰ ਡਿਫੈਂਸਸ। ਉਸ ਤੋਂ ਬਾਅਦ अगर कोई ऑर्डर सैक्शन नंबर 91 ਜਾਂ 92 ਦੇ ਵਿੱਚ ਹੁੰਦਾ ਏ ਜਿਹਦੇ ਵਿੱਚ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਉਹਨਾਂ ਦਾਅਵਿਆਂ ਨੂੰ ਲਾਉਣ ਦੇ ਲਈ ਜੋ ਕਿ ਸੈਕਸ਼ਨ ਨੰਬਰ 91 ਜਾਂ 92 ਦੇ ਵਿੱਚ ਰੈਫਰ ਕੀਤੇ ਗਏ ਨੇ, ਤਾਂ ਉਹਨਾਂ ਆਰਡਰਾਂ ਦੇ ਖਿਲਾਫ ਵੀ ਅਪੀਲ ਦਾ ਪ੍ਰਾਵਧਾਨ ਹੈਗਾ ਏ। ਤਾਂ ਸੈਕਸ਼ਨ ਨੰਬਰ 91 ਜਾਂ 92 ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਦਾਅਵਿਆਂ ਦੀ ਗੱਲ ਕਰਦੇ ਹਾਂ? ਸੈਕਸ਼ਨ ਨੰਬਰ 91 ਦੇ ਵਿੱਚ ਅਗਰ ਕੋਈ ਪਬਲਿਕ ਨਿਊਸੈਂਸ
ਨੂੰ ਰੋਕਣ ਦੇ ਲਈ ਅਸੀਂ ਕੋਈ ਸਿਵਲ ਸੂਟ ਫਾਈਲ ਕਰਨਾ ਚਾਹੁੰਦੇ ਹਾਂ, ਪਰ ਅਗਰ ਕਿਸੇ ਸਿਵਲ ਕੋਰਟ ਦੇ ਵੱਲੋਂ ਸਾਨੂੰ ਉਹ ਮਨਜ਼ੂਰੀ ਨਹੀਂ ਮਿਲਦੀ ਜਾਂ ਪਬਲਿਕ ਚੈਰਿਟੀ ਦੇ ਲਈ ਕੋਈ ਸਿਵਲ ਸੂਟ ਫਾਈਲ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਅਗਰ ਸਿਵਲ ਕੋਰਟ ਦੇ ਵੱਲੋਂ ਉਹ ਮਨਜ਼ੂਰੀ ਨਹੀਂ ਮਿਲਦੀ ਤੇ ਉਹ ਆਰਡਰ ਅਪੀਲੇਬਲ ਹੈਗਾ ਏ ਸੈਕਸ਼ਨ ਨੰਬਰ 104 ਸਬਸੈਕਸ਼ਨ 1 ਕਲੌਜ਼ FFA ਦੇ ਵਿੱਚ। ਮੈਂ ਰਿਪੀਟ ਕਰੂੰਗਾ, an order under section 91 or 92 in which refusal is made to grant the leave to institute a suit of the nature referred to in section number 91 or 92 as the case may be। ਕਹਿਣ ਦਾ ਭਾਵ ਇਹ ਹੈਗਾ ਏ ਕਿ ਅਗਰ ਮੰਨ ਲਓ ਅਸੀਂ ਪਬਲਿਕ ਨਿਊਸੈਂਸ ਜਾਂ ਪਬਲਿਕ ਚੈਰਿਟੀ ਦੇ ਲਈ ਕੋਈ ਸਿਵਲ ਸੂਟ ਫਾਈਲ ਕਰਨਾ ਚਾਹੁੰਦੇ ਹਾਂ, ਫਸਟ ਆਫ ਆਲ ਅਗਰ ਅਸੀਂ ਉਹਦੇ ਲਈ ਕੋਈ ਪਰਮਿਸ਼ਨ ਦੇ ਲਈ ਕੋਈ ਐਪਲੀਕੇਸ਼ਨ ਮੂਵ ਕੀਤੀ, ਪਰ ਉਸ ਐਪਲੀਕੇਸ਼ਨ ਦੇ ਉੱਤੇ ਮਨਜ਼ੂਰੀ ਨਹੀਂ ਮਿਲਦੀ ਸਿਵਲ ਸੂਟ ਫਾਈਲ ਕਰਨ ਦੇ ਲਈ, that order can be challenged by filing an appeal। तो FFA ਪੁਆਇੰਟ ਦੇ ਵਿੱਚ ਇਹ ਆਰਡਰ ਵੀ ਅਪੀਲੇਬਲ ਹੈ। ਤੋ G ਪੁਆਇੰਟ ਦੇ ਵਿੱਚ ਕੀ ਦੱਸਿਆ ਹੈ, ਇੱਕ ਆਰਡਰ ਜੋ ਕਿ ਸੈਕਸ਼ਨ ਨੰਬਰ 95 ਦੇ ਵਿੱਚ ਕੀਤਾ ਜਾਂਦਾ ਹੈ, ਜਿਹਦੇ ਵਿੱਚ ਅਗਰ ਕਿਸੇ ਬੰਦੇ ਦੀ ਅਸੀਂ ਗਲਤ ਤਰੀਕੇ ਦੇ ਨਾਲ ਕੋਈ ਅਰੈਸਟ ਪਵਾ ਲਿੱਤੀ ਤੇ ਉਹਦੇ ਕਰਕੇ ਕੋਈ ਕੰਪਨਸੇਸ਼ਨ ਦਾ ਆਰਡਰ ਅਗਰ ਕਿਸੇ ਵਿਅਕਤੀ ਦੇ ਉੱਤੇ ਪੈ ਜਾਂਦਾ ਹੈ, ਉਹ ਆਰਡਰ ਵੀ ਚੈਲੰਜੇਬਲ ਹੈਗਾ ਹੈ ਬਾਈ ਮੇਕਿੰਗ ਐਨ appeal against that order which is passed under section 95 of CPC। ਨੰਬਰ H ਦੇ ਵਿੱਚ ਇੱਕ order under any of the provisions of this code imposing a fine or directing the arrest or detention in the civil prison of any person। ਇੱਕ ਇਦਾਂ ਦਾ ਆਰਡਰ ਕਿਸੇ ਵੀ ਪ੍ਰੋਵੀਜ਼ਨ ਦੇ ਵਿੱਚ CPC ਦੀ ਜਿਹਦੇ ਵਿੱਚ ਕਿਸੇ ਵਿਅਕਤੀ ਦੇ ਉੱਤੇ ਕੋਈ ਫਾਈਨ ਇੰਪੋਜ਼ ਕੀਤਾ ਗਿਆ ਹੈ ਜਾਂ ਕਿਸੇ ਵਿਅਕਤੀ ਦੀ ਅਰੈਸਟ ਡਾਇਰੈਕਟ ਕੀਤੀ ਗਈ ਸੀ ਜਾਂ ਉਹਦੀ ਡਿਟੈਂਸ਼ਨ ਸਿਵਲ ਪ੍ਰਿਜ਼ਨ ਦੇ ਵਿੱਚ ਡਾਇਰੈਕਟ ਕੀਤੀ ਗਈ ਸੀ, ਉਹ ਆਰਡਰ ਅਪੀਲੇਬਲ ਹੈਗੇ ਨੇ। ਪਰ ਅਗਰ ਅਰੈਸਟ ਜਾਂ ਡਿਟੈਂਸ਼ਨ ਕਿਸੇ ਡਿਕਰੀ ਦੀ ਐਗਜ਼ੀਕਿਊਸ਼ਨ ਦੇ ਵਿੱਚ ਕੀਤੀ ਗਈ ਸੀ, ਉਹ ਆਰਡਰ ਅਪੀਲੇਬਲ ਨਹੀਂ ਹੈਗੇ। ਇਟ ਇਜ਼ ਵੈਰੀ ਇੰਪੋਰਟੈਂਟ। ਉਹਦੀ ਫਿਰ ਕੀ ਫਾਈਲ ਹੋਏਗੀ, ਰਿਵੀਜ਼ਨ ਫਾਈਲ ਹੋਏਗੀ ਅਗਰ ਐਗਜ਼ੀਕਿਊਸ਼ਨ ਦੇ ਵਿੱਚ ਕਿਸੇ ਵਿਅਕਤੀ ਦੀ ਅਰੈਸਟ ਜਾਂ ਡਿਟੈਂਸ਼ਨ ਦੇ ਆਰਡਰ ਕੀਤੇ ਜਾਂਦੇ ਨੇ। ਸੋ ਆਈ ਵਾਂਟ ਟੂ ਰਿਪੀਟ, ਕੋਈ ਆਰਡਰ ਜਿਹਦੇ ਵਿੱਚ ਕਿਸੇ ਵਿਅਕਤੀ ਦੇ ਉੱਤੇ ਫਾਈਨ ਇੰਪੋਜ਼ ਕੀਤਾ ਜਾਂਦਾ ਹੈ, ਜਿਸ ਆਰਡਰ ਦੇ ਵਿੱਚ ਕਿਸੇ ਵਿਅਕਤੀ ਦੀ ਅਰੈਸਟ ਜਾਂ ਡਿਟੈਂਸ਼ਨ ਸਿਵਲ ਪ੍ਰਿਜ਼ਨ ਦੇ ਵਿੱਚ ਡਾਇਰੈਕਟ ਕੀਤੀ ਜਾਂਦੀ ਹੈ, ਉਹ ਆਰਡਰ ਅਪੀਲੇਬਲ ਨੇ। ਪਰ ਅਗਰ ਇਹੀ ਡਿਟੈਂਸ਼ਨ ਜਾਂ ਅਰੈਸਟ ਦੇ ਆਰਡਰ ਕਿਸੇ ਡਿਕਰੀ ਦੀ ਐਗਜ਼ੀਕਿਊਸ਼ਨ ਦੇ ਵਿੱਚ ਕੀਤੇ ਗਏ ਨੇ ਤੇ ਉਹ ਆਰਡਰ ਅਪੀਲੇਬਲ ਨਹੀਂ ਹੈਗੇ। ਉਸ ਤੋਂ ਬਾਅਦ ਨੰਬਰ I ਦੇ ਵਿੱਚ ਹੈਗਾ ਏ, ਐਨੀ ਆਰਡਰ ਮੇਡ ਅੰਡਰ ਰੂਲਸ from which an appeal is expressly allowed by rules। ਕੋਈ ਇਦਾਂ ਦਾ ਆਰਡਰ ਜੋ ਕਿ CPC ਦੇ ਕਿਸੇ ਰੂਲ ਦੇ ਵਿੱਚ ਕੀਤਾ ਗਿਆ ਹੈ ਤੇ ਉਸ ਰੂਲ ਦੇ ਵਿੱਚ ਅਗਰ ਐਕਸਪ੍ਰੈਸਲੀ ਅਪੀਲ ਅਲਾਉਡ ਕੀਤੀ ਗਈ ਆ ਤਾਂ ਅਪੀਲ ਅਸੀਂ ਉਸ ਆਰਡਰ ਦੇ ਖਿਲਾਫ ਕਰ ਸਕਦੇ ਹਾਂ। ਬਟ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਟੂ ਨੋਟ ਦੀ ਪ੍ਰੋਵੀਜ਼ੋ provided that no appeal shall lie against any order which is specified in clause number FF save on the ground that no order or an order for the payment of a less amount ought to have been made। section number 104 subsection 2 ਦੇ ਵਿੱਚ ਇਹ ਦੱਸੀ ਹੈ ਗੱਲ ਕਿ ਅਗਰ ਮੰਨ ਲਓ ਇੱਕ ਫਸਟ ਅਪੀਲ ਇਹਨਾਂ ਉੱਪਰ ਲਿਖੇ ਗਏ FF ਤੋਂ ਲੈ ਕੇ I ਪੁਆਇੰਟ ਦੇ ਵਿੱਚ ਅਗਰ ਕਿਸੇ ਆਰਡਰ ਦੀ ਅਪੀਲ ਕਰ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਅਗਰ ਜੁਡੀਸ਼ੀਅਲ ਡਿਟਰਮੀਨੇਸ਼ਨ ਕਰ ਦਿੱਤਾ ਜਾਂਦਾ ਹੈ ਅਪੀਲ ਦੇ ਵਿੱਚ, ਐਪੀਲੇਟ ਕੋਰਟ ਉਸ ਆਰਡਰ ਨੂੰ ਡਿਸਾਈਡ ਕਰ ਦਿੰਦੀ ਨੇ, तो फिर उन्होंने सेकंड अपील लाई नहीं करेगी। तो सेक्शन 104 सबसेक्शन 2 ਦੇ ਵਿੱਚ ਕੀ ਦੱਸਿਆ ਹੈ, no appeal shall lie from any order which is passed in appeal under this section। ਅਗਰ ਕੋਈ ਆਰਡਰ ਜੋ ਕਿ ਸੈਕਸ਼ਨ ਨੰਬਰ 104 ਦੇ ਵਿੱਚ ਚੈਲੰਜ ਕੀਤਾ ਗਿਆ ਬਾਈ ਮੇਕਿੰਗ ਐਨ ਅਪੀਲ ਟੂ ਦੀ ਐਪੀਲੇਟ ਕੋਰਟ, ਅਗਰ ਐਪੀਲੇਟ ਕੋਰਟ ਉਸ ਆਰਡਰ ਦੇ ਵਿੱਚ ਕੋਈ ਆਰਡਰ ਪਾਸ ਕਰ ਦਿੰਦੀ ਹੈ ਤੇ ਉਸ ਆਰਡਰ ਤੋਂ ਕੋਈ ਸੈਕੰਡ ਅਪੀਲ ਲਈ नहीं करेगी। सो दिस इज समथिंग अबाउट सेक्शन नंबर 104। मैं सेक्शन नंबर 104 ਨੂੰ ਇੱਕ ਵਾਰ ਐਕਸਪਲੇਨ ਕਰਨਾ ਚਾਹੂੰਗਾ, ਦੁਬਾਰਾ ਰਿਪੀਟ ਕਰਦੇ ਹਾਂ। ਸੈਕਸ਼ਨ ਨੰਬਰ 104 ਦੇ ਵਿੱਚ ਅਸੀਂ ਪੜ੍ਹਿਆ ਆਰਡਰ ਫਰੋਮ ਵਿਚ ਅਪੀਲ ਲਾਈਜ਼। ਸੈਕਸ਼ਨ ਨੰਬਰ 104 ਸਬਸੈਕਸ਼ਨ 1 ਦੇ ਵਿੱਚ ਦੱਸਿਆ ਹੈ ਐਨ ਅਪੀਲ ਸ਼ੈਲ ਲਾਈ ਫਰੋਮ ਦੀ ਫੋਲੋਇੰਗ ਆਰਡਰਸ and save as otherwise expressly provided in the body of this code or by any other law for the time being enforced from no other orders।
ਇੱਕ ਅਪੀਲ ਜਿਹੜੀ ਹੈਗੀ ਆ ਉਹ ਨਿਚਲੇ ਆਰਡਰਸ ਦੇ ਖਿਲਾਫ ਹੀ ਫਾਈਲ ਹੋ ਸਕਦੀ ਏ, ਲਾਈ ਹੋ ਸਕਦੀ ਏ। ਇਸ ਤੋਂ ਇਲਾਵਾ ਕਿਸੇ ਹੋਰ ਆਰਡਰ ਦੇ ਖਿਲਾਫ ਅਪੀਲ ਲਾਈ ਨਹੀਂ ਕਰੇਗੀ। ਪਰ ਅਗਰ ਕੋਡ ਆਫ ਸਿਵਲ ਪ੍ਰੋਸੀਜਰ 1908 ਦੀ ਬਾਡੀ ਦੇ ਵਿੱਚ ਐਕਸਪ੍ਰੈਸਲੀ ਅਪੀਲ ਦਾ ਪ੍ਰਾਵਧਾਨ ਹੈਗਾ ਏ ਜਾਂ ਕਿਸੇ ਲਾਅ ਦੇ ਵਿੱਚ ਅਪੀਲ ਦਾ ਪ੍ਰਾਵਧਾਨ ਹੈਗਾ ਏ ਤਾਂ ਬਾਕੀ ਹੋਰ ਕਿਸੇ ਆਰਡਰ ਦੇ ਖਿਲਾਫ ਵੀ ਅਪੀਲ ਲਾਈ ਕੀਤੀ ਜਾ ਸਕਦੀ ਹੈ ਜੋ ਕਿ ਸੈਕਸ਼ਨ 104 ਦੇ ਵਿੱਚ ਮੈਂਸ਼ਨ ਨਹੀਂ ਕੀਤੇ। तो ਸੈਕਸ਼ਨ ਨੰਬਰ 104 ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਮੈਂਸ਼ਨ ਕੀਤਾ ਐਨ ਆਰਡਰ ਅੰਡਰ ਸੈਕਸ਼ਨ ਨੰਬਰ 35A, ਇੱਕ ਆਰਡਰ ਜਿਹਦੇ ਵਿੱਚ ਕੰਪਨਸੇਟਰੀ ਕਾਸਟ ਕਿਸੇ ਫਾਲਸ ਔਰ ਵਿਕੇਸ਼ੀਅਸ ਕਲੇਮ ਜਾਂ ਡਿਫੈਂਸ ਦੇ ਲਈ ਪਾਸ ਕੀਤੀ ਜਾਂਦੀ ਹੈ, ਉਸ ਆਰਡਰ ਦੇ ਖਿਲਾਫ ਅਪੀਲ ਲਾਈ ਹੋਏਗੀ। FFA ਦੇ ਵਿੱਚ ਕੀ ਦੱਸਿਆ ਹੈ ਕਿ ਇੱਕ ਇਦਾਂ ਦਾ ਆਰਡਰ ਜਿਹੜਾ ਕਿ ਸੈਕਸ਼ਨ ਨੰਬਰ 91 ਜਾਂ 92 ਦੇ ਵਿੱਚ ਦੱਸਿਆ ਕੀਤਾ ਗਿਆ ਹੈ, ਜਿਹਦੇ ਵਿੱਚ ਰਿਫਿਊਜ਼ ਕੀਤਾ ਗਿਆ ਹੀ ਟੂ ਗਿਵ ਦੀ ਪਰਮਿਸ਼ਨ to institute a suit of the nature referred to in section number 91 or 92 as the case may be, ਉਹਨਾਂ ਦੇ ਖਿਲਾਫ ਵੀ ਅਪੀਲ ਲਾਈ ਹੋਏਗੀ। ਕਹਿਣ ਦਾ ਮਤਲਬ ਅਗਰ ਪਬਲਿਕ ਚੈਰਿਟੀ ਜਾਂ ਪਬਲਿਕ ਨਿਊਸੈਂਸ ਦੇ ਦਾਅਵਿਆਂ ਦੇ ਵਿੱਚ ਅਗਰ ਕੋਰਟ ਦੇ ਦੁਆਰਾ ਪਰਮਿਸ਼ਨ ਨਹੀਂ ਦਿੱਤੀ ਗਈ ਕਿਸੇ ਵਿਅਕਤੀ ਨੂੰ ਸਿਵਲ ਸੂਟ ਫਾਈਲ ਕਰਨ ਦੇ ਲਈ, ਤੇ ਉਸ ਆਰਡਰ ਦੇ ਖਿਲਾਫ ਅਪੀਲ ਲਾਈ ਕਰੇਗੀ ਅੰਡਰ ਸੈਕਸ਼ਨ 104 ਕਲੌਜ਼ ਨੰਬਰ ਸੈਕਸ਼ਨ 104 ਸਬਸੈਕਸ਼ਨ 1 ਕਲੌਜ਼ ਨੰਬਰ FFA। ਤੇ ਜੀ ਦੇ ਵਿੱਚ ਅਗਰ ਕੋਈ ਆਰਡਰ ਜੋ ਕਿ ਸੈਕਸ਼ਨ ਨੰਬਰ 95 ਦੇ ਵਿੱਚ ਕੀਤਾ ਜਾਂਦਾ ਹੈ, ਜਿਹਦੇ ਵਿੱਚ ਕੰਪਨਸੇਸ਼ਨ ਪਾਈ ਜਾਂਦੀ ਹੈ ਫॉर ਆਬਟੇਨਿੰਗ ਦੀ ਅਰੈਸਟ ਆਫ ਐਨੀ ਪਰਸਨ, ਤਾਂ ਉਸ ਆਰਡਰ ਦੇ ਖਿਲਾਫ ਵੀ ਅਪੀਲ ਦੀ ਪ੍ਰੋਵੀਜ਼ਨ ਹੈਗੀ ਹੈ ਸੈਕਸ਼ਨ 104 ਸਬਸੈਕਸ਼ਨ 1 ਕਲੌਜ਼ ਨੰਬਰ ਜੀ ਦੇ ਵਿੱਚ। ਤੋਂ ਸੈਕਸ਼ਨ 104 ਸਬਸੈਕਸ਼ਨ 1 ਕਲੌਜ਼ ਨੰਬਰ H ਦੇ ਵਿੱਚ ਕੀ ਦੱਸਿਆ ਹੈ, ਅਪੀਲ ਸ਼ੈਲ ਆਲਸੋ ਲਾਈ ਅਗੇਂਸਟ ਐਨ ਆਰਡਰ which is passed under any of the provisions of this code in which fine is imposed or in which direction is given to arrest or detain in civil prison of any person, but when the arrest or detention is made in execution of a decree, then no appeal shall lie. Section 104 subsection 1 clause number I ਦੇ ਵਿੱਚ ਦੱਸਿਆ ਹੈ, any order made under rules from which an appeal is expressly allowed by the rules, ਅਗਰ ਕੋਈ ਆਰਡਰ ਕਿਸੇ ਰੂਲ ਦੇ ਵਿੱਚ ਕੀਤਾ ਜਾਂਦਾ ਹੈ ਜਿਹਦੇ ਵਿੱਚ ਅਪੀਲ ਉਸ ਰੂਲ ਦੇ ਵਿੱਚ ਐਕਸਪ੍ਰੈਸਲੀ ਅਲਾਉਡ ਹੈਗੀ ਏ ਤੇ ਅਪੀਲ ਕੀਤੀ ਜਾ ਸਕਦੀ ਹੈ। ਪ੍ਰੋਵਾਈਡਡ that no appeal shall lie against any order which is specified in clause number FF save on the ground that no order or an order for the payment of a less amount ought to have been made. Section number 104 subsection 2 ਦੇ ਵਿੱਚ ਦੱਸਿਆ ਹੈ, no appeal shall lie from any order which is passed in appeal under this section. So this is something about section number 104. आओ जी section number 104 ਤੋਂ ਬਾਅਦ ਵਿੱਚ section number 105 ਦੀ ਗੱਲ ਕਰਦੇ ਹਾਂ। other orders ਦਾ ਮਤਲਬ ਕੀ ਆ, ਉਹ ਸਾਰੇ ਆਰਡਰ CPC ਦੇ ਜੋ ਕਿ section number 104 ਦੇ ਵਿੱਚ ਕਵਰ ਨਹੀਂ ਸੀ ਹੋਏ। ਤਾਂ ਨਾਰਮਲੀ ਜੇ ਕੋਈ ਆਰਡਰ section 104 ਵਿੱਚ ਕਵਰ ਨਹੀਂ ਹੁੰਦਾ ਤੇ ਉਹਦੇ ਖਿਲਾਫ ਅਪੀਲ ਫਾਈਲ ਨਹੀਂ ਕੀਤੀ ਜਾ ਸਕਦੀ। ਪਰ section number 105 ਦੇ ਵਿੱਚ ਕੀ ਸਮਝਾਇਆ ਹੈ, तो सेक्शन नंबर 105 सबसेक्शन 1 ਦੇ ਵਿੱਚ ਦੱਸਿਆ ਹੈ, save as otherwise expressly provided, no appeal shall lie from any order made by a court in exercise of its original or appellate jurisdiction। ਅਗਰ ਕੋਈ ਆਰਡਰ ਕੀਤਾ ਜਾਂਦਾ ਹੈ ਕੋਰਟ ਦੇ ਦੁਆਰਾ, ਚਾਹੇ ਉਹ ਆਰਡਰ ਕੋਰਟ ਦੀ ਓਰੀਜਨਲ ਜੂਰਿਸਡਿਕਸ਼ਨ ਨੂੰ ਇਸਤੇਮਾਲ ਕਰਕੇ ਪਾਸ ਕੀਤਾ ਗਿਆ ਹੈ ਜਾਂ ਐਪੀਲੇਟ ਜੂਰਿਸਡਿਕਸ਼ਨ ਨੂੰ ਇਸਤੇਮਾਲ ਕਰਕੇ ਪਾਸ ਕੀਤਾ ਗਿਆ ਹੈ, तो जो कोई ऑर्डर सेक्शन 104 ਦੇ ਵਿੱਚ ਕਵਰ ਨਹੀਂ ਹੋਏਗਾ तो उसके खिलाफ कोई अपील लाई नहीं करेगी। हाँ, अगर कोड ऑफ सिविल प्रोसीजर 1908 ਦੀ ਕਿਸੇ ਪ੍ਰੋਵੀਜ਼ਨ ਦੇ ਵਿੱਚ ਐਕਸਪ੍ਰੈਸਲੀ ਕਿਹਾ ਹੈ ਕਿ ਸੈਕਸ਼ਨ 104 ਤੋਂ ਇਲਾਵਾ ਕਿਸੇ ਹੋਰ ਆਰਡਰ ਦੇ ਖਿਲਾਫ ਵੀ ਅਪੀਲ ਫਾਈਲ ਕੀਤੀ ਜਾ ਸਕਦੀ ਹੈ, ਇਹ ਅਪੀਲ ਫਾਈਲ ਕੀਤੀ ਜਾ ਸਕਦੀ ਹੈ। ਪਰ ਅਗਰ ਮੰਨ ਲਓ ਕੋਈ ਅਪੀਲ ਕੀਤੀ ਜਾਂਦੀ ਹੈ ਕਿਸੇ ਡਿਕਰੀ ਦੇ ਖਿਲਾਫ, ਬਟ ਵੇਅਰ ਇਹ ਡਿਕਰੀ ਇਜ਼ ਅਪੀਲਡ ਫਰੋਮ, ਕਿਸੇ ਡਿਕਰੀ ਦੇ ਖਿਲਾਫ ਅਪੀਲ ਕੀਤੀ ਗਈ ਤੇ ਉਸ ਡਿਕਰੀ ਦੀ ਅਪੀਲ ਦੇ ਵਿੱਚ ਜਦੋਂ ਅਸੀਂ ਗਰਾਊਂਡਸ ਆਫ ਅਪੀਲ ਲਿਖੀਆਂ ਤੇ ਗਰਾਊਂਡਸ ਆਫ ਅਪੀਲ ਦੇ ਵਿੱਚ ਅਸੀਂ ਕਿਸੇ ਆਰਡਰ ਦੇ ਐਰਰ ਦੇ ਬਾਰੇ, ਡਿਫੈਕਟ ਦੇ ਬਾਰੇ ਜਾਂ ਇਰੈਗੂਲਰਿਟੀ ਦੇ ਬਾਰੇ ਵੀ ਲਿਖ ਦਿੱਤਾ, ਤੇ ਇਹਦਾ ਮਤਲਬ ਕੀ ਆ, ਡਾਇਰੈਕਟਲੀ ਤਾਂ ਅਸੀਂ ਉਸ ਆਰਡਰ ਦੇ ਖਿਲਾਫ ਅਪੀਲ ਕਰ ਨਹੀਂ ਸਕਦੇ, ਪਰ ਅਪੀਲ ਜਦੋਂ ਅਸੀਂ ਕਿਸੇ ਡਿਕਰੀ ਦੇ ਖਿਲਾਫ ਕਰਦੇ ਪਏ ਆ ਤੇ ਉਸ ਆਰਡਰ ਦੇ ਐਰਰ, ਡਿਫੈਕਟ ਜਾਂ ਇਰੈਗੂਲਰਿਟੀ ਨੂੰ ਅਸੀਂ ਮੈਮੋਰੈਂਡਮ ਆਫ ਅਪੀਲ ਦੇ ਵਿੱਚ ਲਿਖ ਸਕਦੇ ਹਾਂ as a ground of objection. So I want to repeat section number 105 subsection 1, save as otherwise expressly provided, no appeal shall lie from any order
which is made by a court in the exercise of its original or appellate jurisdiction. But where a decree is appealed from, अगर कोई डिक्री अपील की जाती है, then any error, defect or irregularity in any order which is affecting the decision of the case, जो कि केस ਦੇ ਡਿਸੀਜਨ ਨੂੰ ਪ੍ਰਭਾਵਿਤ ਕਰ ਰਿਹਾ ਸੀ, ਤੇ ਉਸ ਐਰਰ ਡਿਫੈਕਟ ਜਾਂ ਇਰੈਗੂਲਰਿਟੀ ਨੂੰ ਵੀ ਅਸੀਂ ਐਜ਼ ਅ ਗਰਾਊਂਡ ਆਫ ਆਬਜੈਕਸ਼ਨ ਮੈਮੋਰੈਂਡਮ ਆਫ ਅਪੀਲ ਦੇ ਵਿੱਚ ਲਿਖ ਸਕਦੇ ਹਾਂ, may be set forth as a ground of objection in the memorandum of appeal. Section number 105 subsection 2 ਦੇ ਵਿੱਚ ਕੀ ਲਿਖਿਆ ਹੈ? Notwithstanding anything contained in subsection 1, subsection 1 ਦੇ ਵਿੱਚ ਜੋ ਲਿਖਿਆ ਹੈ ਉਹਨੂੰ ਲਿਖਿਆ ਰਹਿਣ ਦਿਓ। where any party aggrieved by an order of remand, अगर मान लो ਐਪੀਲੇਟ ਕੋਰਟ ਨੇ ਅਪੀਲ ਦੇ ਵਿੱਚ ਰਿਮਾਂਡ ਆਰਡਰ ਕਰ ਦਿੱਤਾ, ਕਹਿਣ ਦਾ ਮਤਲਬ ਇਹ ਕਹਿ ਦਿੱਤਾ ਕਿ ਇਸ ਕੇਸ ਨੂੰ ਥੱਲੇ ਵਾਪਸ ਭੇਜਿਆ ਜਾਵੇ ਫॉर द पर्पस ऑफ ट्रायल और फॉर द पर्पस ऑफ हियरिंग, ਤੇ ਅਗਰ ਕੋਈ ਪਾਰਟੀ ਉਸ ਆਰਡਰ ਆਫ ਰਿਮਾਂਡ ਤੋਂ ਨਾਖੁਸ਼ ਹੈਗੀ ਹੈ, ਇਟ ਇਜ਼ ਅ ਡਿਊਟੀ ਆਫ ਦੈਟ ਪਾਰਟੀ ਟੂ ਮੇਕ ਅਪੀਲ ਟੂ ਦੀ ਹਾਇਰ ਕੋਰਟ। अगर मान लो उस ऑर्डर ऑफ रिमांड के खिलाफ उस पार्टी ने अपील फाइल नहीं की, then what will happen? Then in future, कल in future दे विच he will be precluded from disputing its correctness. तो section 105 subsection 2 दे विच की लिखा है? Notwithstanding anything contained in subsection 1, where any party aggrieved by an order of remand from which an appeal lies, ਜਿਹਦੇ ਖਿਲਾਫ अपील लाई करदी है पर उन्हें अपील फाइल की थी, does not appeal therefrom, he shall thereafter be precluded from disputing its correctness। ਉਹ ਇਸ ਆਰਡਰ ਆਫ ਰਿਮਾਂਡ ਤੋਂ ਨੂੰ ਬਾਅਦ ਵਿੱਚ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਉਹਦੇ ਕੋਲ ਚੈਲੰਜ ਕਰਨ ਦਾ ਇੱਕ ਟਾਈਮ ਸੀ, ਹਾਇਰ ਕੋਰਟ ਦੇ ਵਿੱਚ ਅਪੀਲ ਫਾਈਲ ਕਰਦਾ, ਪਰ ਉਹਨੇ ਅਪੀਲ ਅਗਰ ਫਾਈਲ ਨਹੀਂ ਕੀਤੀ, then thereafter he will be precluded from disputing its correctness। ਸੋ ਮੈਂ ਰਿਪੀਟ ਕਰੂੰਗਾ ਸੈਕਸ਼ਨ ਨੰਬਰ 105 ਅਦਰ ਆਰਡਰਸ। Section number 105 subsection 1 ਦੇ ਵਿੱਚ ਦੱਸਿਆ ਹੈ, save as otherwise expressly provided, no appeal shall lie from any order made by a court in exercise of its original or appellate jurisdiction, but where a decree is appealed from, अगर कोई डिक्री अपील की जाती है, then any error, defect or irregularity in any order which is affecting the decision of the case may be set forth as a ground of objection in the memorandum of appeal। Section 105 subsection 2 ਦੇ ਵਿੱਚ ਦੱਸਿਆ ਹੈ, notwithstanding anything contained in subsection 1, where any party aggrieved by an order of remand, अगर कोई पार्टी किसी ऑर्डर ऑफ रिमांड तो नाखुश हैगी है, जिस ऑर्डर ऑफ रिमांड के खिलाफ अपील लाई कर दी है बट उसने अपील फाइल नहीं की, फ्रॉम विच एन अपील लाइज बट ही डज नॉट अपील देयर फ्रॉम, तो उस तो बाद विच ही शैल देयर आफ्टर बी प्रिक्लूडेड फ्रॉम डिस्प्यूटिंग इट्स करेक्टनेस। ਹੁਣ ਸੈਕਸ਼ਨ ਨੰਬਰ 105 ਦੇ ਵਿੱਚ ਦੱਸਿਆ ਹੈ, what courts to hear appeals, ਅਗਰ ਮੰਨ ਲਓ ਅਸੀਂ ਇੱਕ ਆਰਡਰ ਜੋ ਕਿ ਅਪੀਲੇਬਲ ਹੈਗਾ ਏ, ਉਹਦੀ ਅਪੀਲ ਕਰਨੀ ਹੈ, ਤੇ ਕਿੱਥੇ ਕਰਨੀ ਹੈ? ਤੇ ਅਪੀਲ ਉੱਥੇ ਲਾਈ ਕਰਨੀ ਹੈ ਜਿੱਥੇ ਡਿਕਰੀ ਦੀ ਅਪੀਲ ਲਾਈ ਕਰਦੀ ਹੈ ਉਸ ਕੋਰਟ ਦੀ। ਫੋਰ ਐਗਜ਼ਾਮਪਲ ਅਗਰ ਸਿਵਲ ਜਾਂ ਸੀਨੀਅਰ ਡਿਵੀਜ਼ਨ ਜਾਂ ਸਿਵਲ ਜਾਂ ਜੂਨੀਅਰ ਡਿਵੀਜ਼ਨ ਦੀ ਗੱਲ ਕਰੀਏ, ਤਾਂ ਇਹਨਾਂ ਦੀਆਂ ਨਾਰਮਲੀ ਅਪੀਲਸ ਕਿੱਥੇ ਲਾਈ ਕਰਦੀਆਂ ਨੇ? ਡਿਸਟ੍ਰਿਕਟ ਕੋਰਟ ਦੇ ਵਿੱਚ। ਡਿਕਰੀ ਦੀ ਅਪੀਲ ਅਗਰ ਡਿਸਟ੍ਰਿਕਟ ਕੋਰਟ ਦੇ ਵਿੱਚ ਲੱਗਦੀ ਏ, ਤੇ ਉਹਨਾਂ ਦੇ ਅਪੀਲੇਬਲ ਆਰਡਰ ਦੀ ਅਪੀਲ ਵੀ ਉਸ ਡਿਸਟ੍ਰਿਕਟ ਕੋਰਟ ਦੇ ਵਿੱਚ ਹੀ ਲੱਗੇਗੀ। ਤਾਂ ਕੀ ਦੱਸਿਆ ਹੈ ਜੀ? ਵੇਅਰ ਐਨ ਅਪੀਲ ਫਰੋਮ ਐਨੀ ਆਰਡਰ ਇਜ਼ ਅਲਾਉਡ, ਅਗਰ ਕਿਸੇ ਆਰਡਰ ਦੇ ਖਿਲਾਫ ਅਪੀਲ ਦੀ ਪ੍ਰੋਵੀਜ਼ਨ ਹੈਗੀ ਆ, ਇਟ ਸ਼ੈਲ ਲਾਈ ਟੂ ਦੀ ਕੋਰਟ ਟੂ ਵਿਚ ਐਨ ਅਪੀਲ ਵੁੱਡ ਲਾਈ ਫਰੋਮ ਦ ਡਿਕਰੀ ਇਨ ਦ ਸੂਟ in which such order was made, or where such order is made by a court not being a high court in the exercise of appellate jurisdiction, अगर ये order किसी अजिही कोर्ट ने किया सी जिसने appellate jurisdiction इस्तेमाल किया सी अपनी, मान लो फॉर एग्जाम्पल अगर appellate jurisdiction ਦੇ ਵਿੱਚ ਕੋਈ order pass ਕੀਤਾ ਜਾਂਦਾ ਹੈ which is appealable, then the appeal shall lie to the high court, ਤੇ ਇਹ ਅਪੀਲ ਕਿੱਥੇ ਲਾਈ ਕਰੇਗੀ? ਹਾਈ ਕੋਰਟ ਦੇ ਵਿੱਚ ਲਾਈ ਕਰੇਗੀ। ਹੁਣ ਅਸੀਂ ਗੱਲ ਕਰਾਂਗੇ ਜਨਰਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਅਪੀਲ। what are the various general provisions which are related to the appeal? general provisions ਦਾ ਮਤਲਬ ਕੀ ਆ? ਇਹ ਉਹ ਸਾਰੀਆਂ provisions ਨੇ ਜੋ ਕਿ ਡਿਕਰੀ ਦੇ ਰਿਗਾਰਡਿੰਗਲੀ ਵੀ ਅਪਲਾਈ ਹੋਣਗੀਆਂ, ਡਿਕਰੀ ਦੀ ਅਪੀਲ ਦੇ ਰਿਗਾਰਡਿੰਗਲੀ ਵੀ ਅਪਲਾਈ ਹੋਣਗੀਆਂ, ਐਪੀਲੇਟ ਡਿਕਰੀ ਦੇ ਰਿਗਾਰਡਿੰਗਲੀ ਵੀ ਅਪਲਾਈ ਹੋਣਗੀਆਂ, ਤੇ ਅਪੀਲੇਬਲ ਆਰਡਰ ਦੇ ਰਿਗਾਰਡਿੰਗਲੀ ਵੀ ਅਪਲਾਈ ਹੋਣਗੀਆਂ। ਕਹਿਣ ਦਾ ਮਤਲਬ ਇਹ ਹਰ ਤਰ੍ਹਾਂ ਦੀ ਅਪੀਲ ਦੇ ਉੱਤੇ ਪ੍ਰੋਵੀਜ਼ਨਸ ਅਪਲਾਈ ਹੋਊਗੀਆਂ। that is why this is called
ਜਨਰਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਅਪੀਲਸ। ਸੈਕਸ਼ਨ ਨੰਬਰ 107 ਦੇ ਵਿੱਚ ਦੱਸਿਆ ਹੈ what are the various powers of the appellate court। ਜਦੋਂ ਅਸੀਂ ਅਪੀਲ ਕਰਦੇ ਹਾਂ ਕਿਸੇ ਆਰਡਰ ਦੇ ਖਿਲਾਫ, ਕਿਸੇ ਡਿਕਰੀ ਦੇ ਖਿਲਾਫ ਜਾਂ ਐਪੀਲੇਟ ਡਿਕਰੀ ਦੇ ਖਿਲਾਫ, ਤਾਂ ਉਸ ਤੋਂ ਬਾਅਦ ਵਿੱਚ ਇਹ ਐਪੀਲੇਟ ਕੋਰਟ ਦੀਆਂ ਕੀ ਕੀ ਸ਼ਕਤੀਆਂ ਹੁੰਦੀਆਂ ਨੇ। ਸੈਕਸ਼ਨ ਨੰਬਰ 107 ਦੇ ਵਿੱਚ ਇਹ ਗੱਲ ਦੱਸੀ ਹੋਈ ਹੈ। ਸੈਕਸ਼ਨ ਨੰਬਰ 107 ਸਬਸੈਕਸ਼ਨ 1 ਦੇ ਵਿੱਚ ਦੱਸਿਆ ਹੈ ਸਬਜੈਕਟ ਟੂ ਸਚ ਕੰਡੀਸ਼ਨਸ ਐਂਡ ਲਿਮਿਟੇਸ਼ਨ ਐਸ ਮੇ ਬੀ ਪ੍ਰਸਕ੍ਰਾਈਬਡ। ਉਹਨਾਂ ਕੰਡੀਸ਼ਨਸ ਤੇ ਲਿਮਿਟੇਸ਼ਨ ਦੇ ਮੱਦੇਨਜ਼ਰ ਜੋ ਕਿ ਪ੍ਰਸਕ੍ਰਾਈਬ ਕੀਤੀਆਂ ਗਈਆਂ ਨੇ ਕਿਸੇ ਆਰਡਰ ਜਾਂ ਰੂਲ ਦੇ ਵਿੱਚ। ਐਨ ਐਪੀਲੇਟ ਕੋਰਟ ਸ਼ੈਲ ਹੈਵ ਪਾਵਰ। ਐਪੀਲੇਟ ਕੋਰਟ ਦੇ ਕੋਲ ਕੀ ਪਾਵਰ ਹੋਏਗੀ? ਸਭ ਤੋਂ ਪਹਿਲੇ ਨੰਬਰ ਦੇ ਉੱਤੇ ਟੂ ਡਿਟਰਮਿਨ ਏ ਕੇਸ ਫਾਈਨਲੀ। ਉਹ ਕਿਸੇ ਕੇਸ ਨੂੰ ਫਾਈਨਲੀ ਡਿਟਰਮਿਨ ਕਰ ਸਕਦੀ ਹੈ, ਕਿਸੇ ਕੇਸ ਨੂੰ ਨਿਬੇੜ ਸਕਦੀ ਹੈ। ਨੰਬਰ ਬੀ ਟੂ ਰਿਮਾਂਡ ਏ ਕੇਸ। ਕਿਸੇ ਕੇਸ ਨੂੰ ਥੱਲੇ ਵਾਪਸ ਵੀ ਭੇਜ ਸਕਦੀ ਹੈ। ਤੇ ਜਾਂ ਐਪੀਲੇਟ ਕੋਰਟ ਕਿਸੇ ਇਸ਼ੂਸ ਨੂੰ ਜੋ ਕਿ ਨੀਚਲੀ ਕੋਰਟ ਦੇ ਵਿੱਚ ਫਰੇਮ ਨਹੀਂ ਸੀ ਹੋਏ, ਉਹਨਾਂ ਨੂੰ ਫਰੇਮ ਕਰਕੇ ਥੱਲੇ ਦੁਬਾਰਾ ਰੈਫਰ ਕਰ ਸਕਦੀ ਹੈ ਕਿ ਦੁਬਾਰਾ ਉਹਨਾਂ ਦਾ ਟ੍ਰਾਇਲ ਕੀਤਾ ਜਾਵੇ, ਦੁਬਾਰਾ ਉਸ ਇਸ਼ੂ ਨੂੰ ਡਿਸਾਈਡ ਕਰਨ ਲਈ ਐਵੀਡੈਂਸ ਉਹਨਾਂ ਪਾਰਟੀਆਂ ਦੇ ਕੋਲੋਂ ਲਿੱਤੀਆਂ ਜਾਣ। ਤੇ ਜਾਂ ਐਪੀਲੇਟ ਕੋਰਟ ਉਸ ਐਡੀਸ਼ਨਲ ਐਵੀਡੈਂਸ ਨੂੰ ਆਪ ਵੀ ਲੈ ਸਕਦੀ ਹੈ ਤੇ ਜਾਂ ਕਿਸੇ ਲੋਅਰ ਕੋਰਟ ਨੂੰ ਵੀ ਰਿਕੁਆਇਰ ਕਰ ਸਕਦੀ ਹੈ ਕਿ ਉਸ ਐਡੀਸ਼ਨਲ ਐਵੀਡੈਂਸ ਨੂੰ ਲਿੱਤਾ ਜਾਵੇ। ਸੋ ਸੈਕਸ਼ਨ ਨੰਬਰ 107 ਸਬਸੈਕਸ਼ਨ 1 ਦੇ ਵਿੱਚ ਮੈਂ ਰਿਪੀਟ ਕਰਦਾ, subject to such conditions and limitation as may be prescribed, an appellate court shall have power to determine a case finally। ਕਿਸੇ ਕੇਸ ਨੂੰ ਫਾਈਨਲੀ ਡਿਟਰਮਿਨ ਕਰਨ ਦੀ ਪਾਵਰ ਐਪੀਲੇਟ ਕੋਰਟ ਦੇ ਕੋਲ ਹੈਗੀ ਹੈ। ਕਿਸੇ ਕੇਸ ਨੂੰ ਥੱਲੇ ਰਿਮਾਂਡ ਕਰਨ ਦੀ ਪਾਵਰ ਹੈਗੀ ਹੈ। ਕਿਸੇ ਇਸ਼ੂਸ ਨੂੰ ਫਰੇਮ ਕਰਨ ਦੀ ਤੇ ਫਰੇਮ ਕਰਨ ਤੋਂ ਬਾਅਦ ਵਿੱਚ ਉਹਨਾਂ ਨੂੰ ਟ੍ਰਾਇਲ ਦੇ ਲਈ ਨੀਚੇ ਰੈਫਰ ਕਰਨ ਦੀ ਪਾਵਰ ਐਪੀਲੇਟ ਕੋਰਟ ਦੇ ਕੋਲ ਹੈਗੀ ਹੈ। ਸੈਕਸ਼ਨ ਨੰਬਰ 107 ਸਬਸੈਕਸ਼ਨ 2 ਦੇ ਵਿੱਚ ਕੀ ਦੱਸਿਆ ਹੈ ਸਬਜੈਕਟ ਐਜ਼ ਅਫੋਰਸੈਡ ਐਪੀਲੇਟ ਕੋਰਟ ਸ਼ੈਲ ਹੈਵ ਦ ਸੇਮ ਪਾਵਰ। ਐਪੀਲੇਟ ਕੋਰਟ ਦੇ ਕੋਲ ਉਹ ਸਾਰੀਆਂ ਤਾਕਤਾਂ ਹੋਗੀਆਂ ਐਂਡ ਸ਼ੈਲ ਪਰਫਾਰਮ ਐਸ ਨੀਅਰਲੀ ਐਸ ਮੇ ਬੀ ਦ ਸੇਮ ਡਿਊਟੀਜ਼। ਤੇ ਉਹ ਸਾਰੀਆਂ ਡਿਊਟੀਜ਼ ਵੀ ਐਪੀਲੇਟ ਕੋਰਟ ਪਰਫਾਰਮ ਕਰੇਗੀ as are conferred and imposed by this code on courts of original jurisdiction in respect of the suit instituted therein। ਜੋ ਪਾਵਰਾਂ ਉਹਨਾਂ ਕੋਰਟਾਂ ਦੇ ਕੋਲ ਹੈਗੀਆਂ ਨੇ ਜੋ ਕਿ ਓਰੀਜਨਲ ਜੂਰਿਸਡਿਕਸ਼ਨ ਵਾਲੀਆਂ ਕੋਰਟ ਹੈ। ਕਹਿਣ ਦਾ ਮਤਲਬ ਇਹ ਆ ਜੋ ਪਾਵਰਾਂ ਇੱਕ ਛੋਟੇ ਜੱਜ ਦੇ ਕੋਲ, ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਜਾਂ ਸਿਵਲ ਜਾਂ ਜੂਨੀਅਰ ਡਿਵੀਜ਼ਨ ਦੇ ਕੋਲ ਪਾਵਰਾਂ ਹੈਗੀਆਂ ਨੇ, ਜੋ ਕਿ ਪਾਵਰਾਂ ਉਹਨਾਂ ਨੂੰ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਦੁਆਰਾ ਦਿੱਤੀਆਂ ਗਈਆਂ ਨੇ, ਉਹ ਸਾਰੀਆਂ ਪਾਵਰਾਂ ਐਪੀਲੇਟ ਕੋਰਟ ਦੇ ਕੋਲ ਵੀ ਹੈਗੀਆਂ ਨੇ। ਕਹਿਣ ਦਾ ਮਤਲਬ ਜੇ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਕੋਈ ਪਾਰਟੀ ਪੇਸ਼ ਨਹੀਂ ਹੁੰਦੀ, ਆਰਡਰ ਨੰਬਰ 9 ਦੇ ਵਿੱਚ ਅਪੀਲ ਨੂੰ ਡਿਸਮਿਸ ਕਰ ਸਕਦੀ ਹੈ, ਜੇ ਐਕਸ ਪਾਰਟੀ ਪ੍ਰੋਸੀਡ ਕਰ ਸਕਦੀ ਹੈ। ਜੇ ਫॉर ਐਗਜ਼ਾਮਪਲ ਐਡੀਸ਼ਨਲ ਐਵੀਡੈਂਸ ਲੈਣਾ ਕਿਸੇ ਕੇਸ ਦੇ ਵਿੱਚ ਤੇ ਐਡੀਸ਼ਨਲ ਐਵੀਡੈਂਸ ਲੈਣ ਦੇ ਲਈ ਸੰਮਨ ਭੇਜ ਸਕਦੀ ਹੈ, ਕਿਸੇ ਕਮਿਸ਼ਨਰ ਨੂੰ ਅਪਾਇੰਟ ਕਰ ਸਕਦੀ ਹੈ। ਤੇ ਜੋ ਵੀ ਅਸੀਂ ਮਤਲਬ ਕੋਰਟ ਆਫ ਓਰੀਜਨਲ ਜੂਰਿਸਡਿਕਸ਼ਨ ਦੀਆਂ ਪਾਵਰਾਂ ਪੜ੍ਹੀਆਂ ਸੀ, ਉਹ ਸਾਰੀਆਂ ਪਾਵਰਾਂ ਐਪੀਲੇਟ ਕੋਰਟ ਵੀ ਇਸਤੇਮਾਲ ਕਰ ਸਕਦੀ ਹੈ। ਸੋ ਮੈਂ ਰਿਪੀਟ ਕਰੂੰਗਾ ਸੈਕਸ਼ਨ ਨੰਬਰ 107 ਪਾਵਰਸ ਆਫ ਦੀ ਐਪੀਲੇਟ ਕੋਰਟ। ਐਪੀਲੇਟ ਕੋਰਟ ਦੀਆਂ ਕੀ ਪਾਵਰਾਂ ਨੇ? Section number 107 subsection 1 subject to such conditions and limitation as may be prescribed, an appellate court shall have power to determine a case finally, to remand a case, to frame issues and refer them for trial, to take additional evidence or to require such evidence to be taken। Section 107 subsection 2 ਦੇ ਵਿੱਚ ਕੀ ਦੱਸਿਆ ਹੈ subject as aforesaid the appellate court shall have the same powers and shall perform as nearly as may be the same duties as are conferred and imposed by this court on the court of original jurisdiction in respect of suit instituted therein। तो ਐਪੀਲੇਟ ਕੋਰਟ ਦੇ ਕੋਲ ਉਹ ਸਾਰੀਆਂ ਪਾਵਰਾਂ ਹੋ ਗਈਆਂ ਜੋ ਕਿ ਕੋਰਟ ਆਫ ਓਰੀਜਨਲ ਜੂਰਿਸਡਿਕਸ਼ਨ ਦੇ ਕੋਲ ਪਾਵਰਾਂ ਹੁੰਦੀਆਂ ਨੇ, ਤੇ ਇਹਦੀ ਵੀ ਡਿਊਟੀ ਉਹੀ ਹੋਏਗੀ ਜੋ ਕਿ ਕੋਰਟ ਆਫ ਓਰੀਜਨਲ ਜੂਰਿਸਡਿਕਸ਼ਨ ਦੀ ਡਿਊਟੀ ਸੀ, ਜੋ ਡਿਊਟੀਜ਼ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਦੁਆਰਾ ਛੋਟੀਆਂ ਕੋਰਟਾਂ ਦੇ ਉੱਤੇ ਇੰਪੋਜ਼ ਕੀਤੀਆਂ ਗਈਆਂ ਸੀ। ਸੈਕਸ਼ਨ ਨੰਬਰ 108 ਕੀ ਕਹਿ ਰਿਹਾ ਹੈ what will be the procedure in appeal from appellate decree and order। section number 108 subsection ਇਹਦੇ ਵਿੱਚ subsection ਕੋਈ ਨਹੀਂ ਹੈਗਾ ਕਿ provision of this part relating to appeal from original decree shall so far as may be applied to appeal from appellate decrees and from order made under this code or under any special or local law in which a different procedure is not provided। तो ਕਹਿਣ ਦਾ ਮਤਲਬ ਇਹ ਆ ਕਿ ਜਦੋਂ ਕੋਈ ਐਪੀਲੇਟ ਡਿਕਰੀ ਦੇ ਖਿਲਾਫ ਅਪੀਲ ਫਾਈਲ ਕੀਤੀ ਜਾਂਦੀ ਹੈ ਜਾਂ ਕਿਸੇ ਆਰਡਰ ਦੇ ਖਿਲਾਫ ਕੋਈ ਅਪੀਲ ਫਾਈਲ ਕੀਤੀ ਜਾਂਦੀ ਹੈ, ਚਾਹੇ ਉਹ ਆਰਡਰ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਵਿੱਚ ਮੇਡ ਕੀਤਾ ਸੀ,
ਜਾਂ ਕਿਸੇ ਸਪੈਸ਼ਲ ਔਰ ਲੋਕਲ ਲਾਅ ਦੇ ਵਿੱਚ ਉਹ ਆਰਡਰ ਮੇਡ ਕੀਤਾ ਸੀ, ਜਿਹਦੇ ਵਿੱਚ ਕੋਈ ਵੱਖਰਾ ਪ੍ਰੋਸੀਜਰ ਪ੍ਰੋਵਾਈਡ ਨਹੀਂ ਹੈਗਾ, ਤੋਂ ਜੋ ਓਰੀਜਨਲ ਡਿਕਰੀ ਦੇ ਖਿਲਾਫ ਅਪੀਲ ਦੀਆਂ ਪ੍ਰੋਵੀਜ਼ਨਸ ਅਪਲਾਈ ਹੁੰਦੀਆਂ ਨੇ, ਉਹੀ ਅਪੀਲਾਂ ਐਪੀਲੇਟ ਡਿਕਰੀ ਜਾਂ ਆਰਡਰ ਦੀ ਅਪੀਲ ਦੇ ਵਿੱਚ ਵੀ ਅਪਲਾਈ ਹੋਣਗੀਆਂ। ਸੋ ਆਈ ਵਾਂਟ ਟੂ ਰਿਪੀਟ ਸੈਕਸ਼ਨ ਨੰਬਰ 108, procedure in appeal from appellate decree and order. The provisions of this part relating to appeal from original decree shall so far as may be apply to appeals from appellate decrees and from order made under this code or under any special or local law in which a different procedure is not provided. तो ਹੁਣ ਅਸੀਂ ਗੱਲ ਕਰਾਂਗੇ appeals to the Supreme Court. ਸੁਪਰੀਮ ਕੋਰਟ ਦੇ ਕੋਲ ਜਦੋਂ ਅਪੀਲ ਫਾਈਲ ਕੀਤੀ ਜਾਂਦੀ ਹੈ, ਨਾਰਮਲੀ ਅਪੀਲ ਜੋ ਫਾਈਲ ਕੀਤੀ ਜਾਂਦੀ ਹੈ ਉਹ ਕਨਸਟੀਟਿਊਸ਼ਨ ਦੀਆਂ ਪ੍ਰੋਵੀਜ਼ਨ ਦੇ ਮੱਦੇਨਜ਼ਰ ਕੀਤੀ ਜਾਂਦੀ ਹੈ ਐਂਡ ਸਬਜੈਕਟ ਟੂ ਸੱਚ ਰੂਲਸ ਜੋ ਕਿ ਸੁਪਰੀਮ ਕੋਰਟ ਟਾਈਮ ਟੂ ਟਾਈਮ ਬਣਾਉਂਦੀ ਰਹਿੰਦੀ ਹੈ ਇਨ ਰਿਲੇਸ਼ਨ ਟੂ ਅਪੀਲਸ ਰਿਗਾਰਡਿੰਗ ਅਪੀਲ ਟੂ ਦੀ ਸੁਪਰੀਮ ਕੋਰਟ। ਸੈਕਸ਼ਨ ਨੰਬਰ 109 ਦੇ ਵਿੱਚ ਕੀ ਦੱਸਿਆ ਹੈ, when appeal lie to the Supreme Court, ਕਦੋਂ ਸੁਪਰੀਮ ਕੋਰਟ ਦੇ ਕੋਲ ਅਪੀਲ ਕੀਤੀ ਜਾ ਸਕਦੀ ਹੈ, subject to the provisions of chapter number 4 and of part number 5 of the constitution, constitution ਦੇ part number 5 chapter number 4 ਦੀਆਂ provision ਦੇ ਮੱਦੇਨਜ਼ਰ and such rules as may from time to time be made by the Supreme Court regarding appeals from the Court of India, ਤੇ ਉਹਨਾਂ ਰੂਲਸ ਦੇ ਮੱਦੇਨਜ਼ਰ ਜੋ ਕਿ ਸੁਪਰੀਮ ਕੋਰਟ ਟਾਈਮ ਟੂ ਟਾਈਮ ਬਣਾਉਂਦੀ ਰਹਿੰਦੀ ਹੈ in relation to appeal from the courts of India and to the provisions contained herein contained, ਤੇ ਉਹ ਉਹਨਾਂ ਪ੍ਰੋਵੀਜ਼ਨ ਦੇ ਮੱਦੇਨਜ਼ਰ ਜੋ ਕਿ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਆਰਡਰਸ ਦੇ ਵਿੱਚ ਦੱਸੀਆਂ ਹੋਈਆਂ ਨੇ। ਐਨ ਅਪੀਲ ਸ਼ੈਲ ਲਾਈ ਟੂ ਦੀ ਸੁਪਰੀਮ ਕੋਰਟ, ਸੁਪਰੀਮ ਕੋਰਟ ਦੇ ਵਿੱਚ ਵੀ ਅਪੀਲ ਲਾਈ ਕਰੇਗੀ from any judgment, decree or final order in a civil proceeding of a high court. ਅਗਰ ਕੋਈ ਹਾਈ ਕੋਰਟ ਦੇ ਵਿੱਚ ਸਿਵਲ ਪ੍ਰੋਸੀਡਿੰਗ ਚੱਲੀ ਸੀ, ਉਹਦੇ ਵਿੱਚ ਕੋਈ ਜਜਮੈਂਟ ਡਿਕਰੀ ਜਾਂ ਫਾਈਨਲ ਆਰਡਰ ਪਾਸ ਹੋਇਆ ਸੀ, ਤੇ ਉਸ ਜਜਮੈਂਟ ਡਿਕਰੀ ਜਾਂ ਫਾਈਨਲ ਆਰਡਰ ਦੇ ਖਿਲਾਫ ਅਪੀਲ ਫਾਈਲ ਲਾਈ ਕਰੇਗੀ ਸੁਪਰੀਮ ਕੋਰਟ ਦੇ ਵਿੱਚ, ਅਗਰ ਹਾਈ ਕੋਰਟ ਸਰਟੀਫਾਈ ਕਰਦੀ ਹੈ that the case involves a substantial question of law of general importance, ਅਗਰ ਹਾਈ ਕੋਰਟ ਇਸ ਗੱਲ ਨੂੰ ਸਰਟੀਫਾਈਡ ਕਰ ਦਿੰਦੀ ਹੈ, ਸਰਟੀਫਿਕੇਟ ਦਿੰਦੀ ਹੈ ਕਿ ਕੇਸ ਦੇ ਵਿੱਚ ਇੱਕ ਇਦਾਂ ਦਾ ਸਬਸਟੈਂਸ਼ੀਅਲ ਕੁਐਸਚਨ ਆਫ ਲਾਅ ਹੈਗਾ ਵਾ ਜੋ ਕਿ ਜਨਰਲ ਇੰਪੋਰਟੈਂਸ ਆ, ਜੋ ਕਿ ਪੂਰੇ ਇੰਡੀਆ ਦੇ ਲਈ ਇੰਪੋਰਟੈਂਟ ਹੈ, ਤੇ ਹਾਈ ਕੋਰਟ ਦੀ ਓਪੀਨੀਅਨ ਦੇ ਅਕੋਰਡਿੰਗਲੀ ਇਸ ਕੁਐਸਚਨ ਨੂੰ ਡਿਸਾਈਡ ਕਰਵਾਇਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਦੁਆਰਾ, ਦੈਨ ਇਹ ਅਪੀਲ ਸੁਪਰੀਮ ਕੋਰਟ ਦੇ ਵਿੱਚ ਵੀ ਲਾਈ ਹੋਏਗੀ। ਸੋ ਆਈ ਵਾਂਟ ਟੂ ਰਿਪੀਟ ਸੈਕਸ਼ਨ ਨੰਬਰ 109, when appeal lie to the Supreme Court, ਕਦੋਂ ਸੁਪਰੀਮ ਕੋਰਟ ਦੇ ਕੋਲ ਅਪੀਲ ਲਾਈ ਕਰੇਗੀ, subject to the provisions of chapter number 4 of part number 5 of the constitution, constitution ਦੇ part number 5 chapter number 4 ਦੀ ਪ੍ਰੋਵੀਜ਼ਨ ਦੇ ਮੱਦੇਨਜ਼ਰ ਤੇ ਉਹਨਾਂ ਰੂਲਸ ਦੇ ਮੱਦੇਨਜ਼ਰ ਜੋ ਕਿ ਸੁਪਰੀਮ ਕੋਰਟ ਅਪੀਲ ਦੇ ਰਿਗਾਰਡਿੰਗਲੀ ਬਣਾਉਂਦੀ ਰਹਿੰਦੀ ਹੈ, ਤੇ ਉਹਨਾਂ ਪ੍ਰੋਵੀਜ਼ਨ ਦੇ ਮੱਦੇਨਜ਼ਰ ਜੋ ਕਿ ਕੋਡ ਆਫ ਸਿਵਲ ਪ੍ਰੋਸੀਜਰ 1908 ਦੇ ਰੂਲਸ ਦੇ ਵਿੱਚ ਲੇ ਡਾਊਨ ਕੀਤੀਆਂ ਗਈਆਂ ਨੇ। ਐਨ ਅਪੀਲ ਸ਼ੈਲ ਲਾਈ ਟੂ ਦ ਸੁਪਰੀਮ ਕੋਰਟ ਫਰੋਮ ਐਨੀ ਜਜਮੈਂਟ, ਡਿਕਰੀ ਔਰ ਫਾਈਨਲ ਆਰਡਰ which is made in the civil proceeding of a high court if the high court certifies, agar high court certify kardi hai that the case involves a substantial question of law of general importance and that in the opinion of the high court the opinion de which the said question need to be decided by the supreme court, us question nu supreme court de dwara hi decide ਕੀਤਾ ਜਾਣਾ ਚਾਹੀਦਾ ਹੈ, then the appeal can be made to the supreme court। ਉਸ ਤੋਂ ਬਾਅਦ ਸੈਕਸ਼ਨ ਨੰਬਰ 110 111 111A ਖਤਮ ਹੋ ਚੁੱਕੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਸੇਵਿੰਗ ਪ੍ਰੋਵੀਜ਼ਨਸ। ਸੈਕਸ਼ਨ ਨੰਬਰ 112 ਸੇਵਿੰਗ ਪ੍ਰੋਵੀਜ਼ਨ ਦੇ ਬਾਰੇ ਗੱਲ ਕਰਦਾ ਹੈ ਕਿ ਕਿਹੜੀਆਂ ਪ੍ਰੋਵੀਜ਼ਨਸ ਇਸ ਕੋਡ ਦੀਆਂ ਕਿਹੜੀਆਂ ਪ੍ਰੋਵੀਜ਼ਨਸ ਨੂੰ ਪ੍ਰਭਾਵਿਤ ਨਹੀਂ ਕਰੇਗੀ। Nothing contained in this code shall be deemed to affect the power of the Supreme Court under Article 136 or under any provision of the Constitution। ਕਹਿਣ ਦਾ ਮਤਲਬ ਇਹ ਕਿ ਅਗਰ ਸੁਪਰੀਮ ਕੋਰਟ ਦੇ ਕੋਲ ਅਪੀਲ ਫਾਈਲ ਕਰਨੀ ਹੈ तो सिर्फ ਤੇ ਸਿਰਫ ਸੈਕਸ਼ਨ ਨੰਬਰ 109 ਦੀ ਪ੍ਰੋਵੀਜ਼ਨ ਦੇ ਤਹਿਤ ਹੀ ਨਹੀਂ ਕੀਤੀ ਜਾ ਸਕਦੀ। ਆਰਟੀਕਲ ਨੰਬਰ 136 ਜਿਹਦੇ ਵਿੱਚ ਸਪੈਸ਼ਲ ਲੀਵ ਵੀ ਸੁਪਰੀਮ ਕੋਰਟ ਦੇ ਕੋਲ ਲਿੱਤੀ ਜਾ ਸਕਦੀ ਹੈ, ਜਾਂ ਕਨਸਟੀਟਿਊਸ਼ਨ ਦੀ ਕੋਈ ਹੋਰ ਪ੍ਰੋਵੀਜ਼ਨ ਹੈਗੀ ਹੈ ਜਿਹਦੇ ਵਿੱਚ ਡਾਇਰੈਕਟ ਅਪੀਲ ਕੀਤੀ ਜਾ ਸਕਦੀ ਹੈ, ਜਾਂ ਕੋਈ ਰਿਟ ਫਾਈਲ ਕੀਤੀ ਜਾ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ, ਉਸ ਨੂੰ ਸੀਪੀਸੀ ਦੀ ਕੋਈ ਪ੍ਰੋਵੀਜ਼ਨ ਪ੍ਰਭਾਵਿਤ ਨਹੀਂ ਕਰੇਗੀ। ਦੂਸਰੇ ਨੰਬਰ ਦੇ ਉੱਤੇ ਸੈਕਸ਼ਨ 112 ਸਬਸੈਕਸ਼ਨ 1 ਕਲੌਜ਼ ਨੰਬਰ 20 ਦੇ ਵਿੱਚ ਦੱਸਿਆ ਹੈ ਅਗਰ ਸੁਪਰੀਮ ਕੋਰਟ ਦੇ ਦੁਆਰਾ ਕੋਈ ਰੂਲ ਬਣਾਇਆ ਗਿਆ ਹੈ ਤੇ ਉਸ ਰੂਲ ਦੇ ਵਿੱਚ ਸੀਪੀਸੀ ਦੀ ਕੋਈ ਪ੍ਰੋਵੀਜ਼ਨ ਇੰਟਰਫੇਅਰ ਨਹੀਂ ਕਰ ਸਕਦੀ,
and for the time being enforced for the presentation of appeal to that court or their conduct before that court। तो ਕਹਿਣ ਦਾ ਮਤਲਬ ਜਿਹੜੀਆਂ ਉਹ ਰੂਲਸ ਜੋ ਕਿ ਸੁਪਰੀਮ ਕੋਰਟ ਨੇ ਅਪੀਲ ਦੇ ਰਿਗਾਰਡਿੰਗਲੀ ਬਣਾਏ ਨੇ ਉਹਨਾਂ ਨੂੰ ਸੀਪੀਸੀ ਦੀਆਂ ਪ੍ਰੋਵੀਜ਼ਨ ਪ੍ਰਭਾਵਿਤ ਨਹੀਂ ਕਰੂਗੀਆਂ। ਇਸ ਤੋਂ ਇਲਾਵਾ ਸੈਕਸ਼ਨ 112 ਸਬਸੈਕਸ਼ਨ 2 ਦੇ ਵਿੱਚ ਇਹ ਗੱਲ ਦੱਸਿਆ ਹੈ ਕਿ ਸੀਪੀਸੀ ਦੀ ਪ੍ਰੋਵੀਜ਼ਨ ਕੋਈ ਕ੍ਰਿਮੀਨਲ ਐਡਮਿਰੈਲਿਟੀ ਜਾਂ ਵਾਈਸ ਐਡਮਿਰੈਲਿਟੀ ਜੂਰਿਸਡਿਕਸ਼ਨ ਦੀਆਂ ਪ੍ਰੋਵੀਜ਼ਨਸ ਨੂੰ ਪ੍ਰਭਾਵਿਤ ਨਹੀਂ ਕਰੇਗੀ ਤੇ ਜਾਂ ਕੋਈ ਪ੍ਰਾਈਸ ਕੋਰਟ ਦੇ ਆਰਡਰ ਜਾਂ ਡਿਕਰੀ ਦੀ ਅਪੀਲ ਨੂੰ ਵੀ ਪ੍ਰਭਾਵਿਤ ਨਹੀਂ ਕਰੇਗੀ। ਸੋ ਦਿਸ ਇਜ਼ ਸਮਥਿੰਗ ਅਬਾਊਟ the present lecture। Thank you very much।